नानक मेरा हुक्म तेरी नदरी आया है, तू मेरे हुक्म दी सिफत कर। तद गुरु जी बोले, हे पिता जी, जीव की आख सकता है, जो मैं डिठा है कहण जोगा नहीं, तू है। तद बाबा बोलिया, राग आसा विच जप कीता, एक ओंकार सतनाम करता पुरख निरभਉ निर्वैर अकाल मूरत अजूनी सैभं गुर प्रसाद। जप आद सच जुगाद सच है भी सच, नानक होसी भी सच। तद फेर सच्चे पुरख तो आज्ञा आई। हुक्म होया, नानक जिस उपर तेरी नजर तिस उपर मेरी नजर, जिस उपर तेरा कर्म तिस उपर मेरा कर्म। मेरा नाम पार ब्रह्म परमेश्वर, तेरा नाम गुर परमेश्वर। तब गुरु नानक पैरी पया, सिर पाओ दरगाहों बाबे नूं मिलिया। तद गुरु जी ने बड़ी निमरता विच ये गाविया, तू दरियाओ दाना बिना, मैं मछली कैसे अंत लहां। जै जै देखा तै तै तू है, तुझ ते निकसी फूट मरा। ना जाना मेओ न जाना जाली, जान दुख लागै तां तुझै संभाली रहाओ। तू भरपूर जानिया मैं दूर, जो कछ करी सो तेरे दूर। तू देखे हों मुकर पाओ, तेरे कम ना तेरे नाए। जेता दे तेता हों खाओ, ब्यादर नाही कै दर जाओ। नानक एक कहे अरदास, जियो पिंड सब तेरे पास। आपे नेड़े दूर आपे ही, आपे मंझ म्यानो। आपे वेखै सुने आपे ही, कुदरत करे जहानो। जो तिस पावै नानका, हुक्म सोई परवानो। पुरातन जन्म साखी विच लिखिया है कि आरती वाला शब्द गगनमय थाल सतगुਰਾਂ ने इस ਵੇਲੇ ਉਚਾਰਿਆ। ਉਸ ਮਾਜਰੇ ਨੂੰ ਜੋ ਅਨੰਤ ਤੇ ਅਨਾਦ ਦੇਸ਼ ਕਾਲ ਰਹਿਤ ਆਪਣੇ ਸੱਚਖੰਡ ਵਿੱਚ ਵਰਤਿਆ, ਜਿਸ ਦਾ ਅਨੁਭਵ ਜਿਸ ਡਿਠਾ ਉਸ ਨੂੰ ਹੈ। ਐਉਂ ਸਮਝਣ ਸਮਝਾਉਣ ਦਾ ਯਤਨ ਹੋਇਆ ਹੈ। ਭਾਵ ਇਹ ਹੈ ਕਿ ਵਾਹਿਗੁਰੂ ਵੱਲੋਂ ਸਤਿਗੁਰੂ ਜੀ ਦੇ ਪਰਮ ਤੇ ਪੂਰਨ ਸ਼ੁੱਧ ਆਤਮਾ ਵਿੱਚ ਰੱਬੀ ਤਾਕਤ, ਅਲੂਹੀਅਤ, ਦੈਵੀ ਸ਼ਕਤੀ ਕਿਸੇ ਐਸੇ ਰੰਗ ਵਿੱਚ ਭਰੀ ਗਈ ਕਿ ਜਿਸ ਨੂੰ ਭਰੀ ਗਈ ਕਹਿਣਾ ਵੀ ਠੀਕ ਨਹੀਂ। ਉਸ ਦਾ ਪ੍ਰਯੋਜਨ ਇਹ ਸੀ ਕਿ ਗੁਰੂ ਜੀ ਜੋ ਧੁਰੋਂ ਜਗਤ ਰੱਖਿਆ ਲਈ ਆਏ ਸਨ ਤੇ ਹੁਣ ਤੱਕ ਸੰਸਾਰ ਦੇ ਸਾਰੇ ਤਜਰਬੇ ਕਰਦੇ, ਇਸ ਦੁੱਖਾਂ ਨਾਲ ਭਰੇ ਮਨੁੱਖ ਮੰਡਲ ਦੇ ਦੁੱਖ ਆਪੂ ਵੀ ਸਹਿ ਸਹਿ ਕੇ ਪੂਰੇ ਜਾਣੂ ਹੋ ਗਏ ਸਨ, ਆਪਣਾ ਕੰਮ ਆਰੰਭ ਦੇਣ। ਉਹਨਾਂ ਦੀ ਗੁਰੂਤਵ ਸ਼ੁਰੂ ਤੋਂ ਪੂਰਨ ਸੀ। ਉਹਨਾਂ ਦਾ ਰੁੱਖ ਤੇ ਲਗਨ ਪੂਰੇ ਵਾਹਿਗੁਰੂ ਦੇ ਚਰਨੀ ਅਭੇਦ ਸੀ। ਹੁਣ ਵਾਹਿਗੁਰੂ ਜੀ ਨੇ ਇਸ ਮਨੁੱਖ ਜਾਮੇ ਵਿੱਚ ਦਰਸ਼ਨ ਦੇ ਕੇ ਉਹਨਾਂ ਨੂੰ ਆਪਣੇ ਵਾਹਿਗੁਰੂ ਦੀ ਟੇਕ ਤੇ ਸੰਸਾਰ ਉਧਾਰ ਲਈ ਆਗਿਆ ਕੀਤੀ। ਉਹਨਾਂ ਤੇ ਪਹਿਲਾਂ ਤੋਂ ਹੀ ਮਿਹਰ ਸੀ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਪਹਿਲਾਂ ਬਾਬੇ ਪਾਇਆ ਬਖਸ਼ਦਾਰ। ਤੇ ਜਨਮ ਸਾਖੀ ਦੱਸਦੀ ਹੈ ਕਿ ਵਾਹਿਗੁਰੂ ਨੇ ਕਿਹਾ, ਤੇਰਾ ਨਾਮ ਗੁਰ ਪਰਮੇਸ਼ਰ। ਸੋ ਉਹਨਾਂ ਵਿੱਚ ਰੱਬੀ ਸ਼ਕਤੀ ਦਾ ਨਿਵਾਸ ਪਹਿਲੋਂ ਤੋਂ ਪੂਰਨ ਸੀ ਤੇ ਹੁਣ ਪਾਰ ਬ੍ਰਹਮ ਦੀ ਆਗਿਆ ਸਾਰੇ ਜਗਤ ਵਿੱਚ ਸਤਨਾਮ ਦਾ ਛੱਟਾ ਦੇਣ ਦੀ ਸੀ। ਇਸੇ ਮੇਲ ਤੇ ਦਾਤ ਪ੍ਰਾਪਤ ਕਰਨ ਨੂੰ ਗੁਰੂ ਜੀ ਨੇ ਆਪ ਦੱਸਿਆ ਹੈ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਸੋ ਇਸ ਮਨੁੱਖ ਜਾਮੇ ਵਿੱਚ ਗੁਰੂ ਅਕਾਲ ਪੁਰਖ ਆਪ ਸੀ ਤੇ ਕੋਈ ਦੇਹਧਾਰੀ ਗੁਰੂ ਜੀ ਦਾ ਗੁਰੂ ਨਹੀਂ ਸੀ। ਇਹ ਗੱਲ ਵੀ ਉਹਨਾਂ ਨੇ ਆਪ ਦੱਸੀ ਹੈ, ਬੀਜੋਂ ਸੁਝੈ ਕੋ ਨਹੀਂ, ਬਹਿ ਦਲੀਚਾ ਪਾਏ, ਨਰਕ ਨਿਵਾਰਣ ਨਰਹਿ ਨਰ, ਸਾਚੋਂ ਸਾਚੈ ਨਾਏ। ਗੁਰੂ ਨਾਨਕ ਦੇਵ ਜੀ ਨੂੰ
ਅਕਾਲ ਪੁਰਖ ਜੋਨੀ ਵਿੱਚ ਆਇਆ ਕਹਿਣਾ ਉਹਨਾਂ ਦੀ ਆਪਣੀ ਸਿੱਖਿਆ ਵਿੱਚ ਮਨੇ ਹੈ। ਉਹਨਾਂ ਨੂੰ ਨਿਰਾ ਮਨੁੱਖ ਕਹਿਣਾ ਵੀ ਉਹਨਾਂ ਦੀ ਭਾਰੀ ਬੇਅਦਬੀ ਕਰਨ ਤੇ ਕੂੜ ਤੋਲਣਾ ਹੈ। ਉਹ ਜੋ ਕੁਝ ਸਨ ਕਿਹਾ ਨਹੀਂ ਜਾਂਦਾ। ਦ੍ਰਿਸ਼ਟਾਂਤ ਇੱਕ ਸੋਨੇ ਦੀ ਡਲੀ ਦਾ ਹੈ, ਜਿਸ ਨੂੰ ਅੱਗ ਵਿੱਚ ਅੱਗ ਦਾ ਪ੍ਰਵੇਸ਼ ਹੋ ਕੇ ਉਸ ਨੂੰ ਅੱਗ ਰੂਪ ਕਰ ਜਾਂਦਾ ਹੈ। ਹੁਣ ਉਹ ਸੋਨਾ ਵੀ ਹੈ ਤੇ ਅੱਗ ਵੀ ਹੈ। ਸਾਰੇ ਗੁਣ ਅੱਗ ਦੇ ਵੀ ਉਸ ਵਿੱਚ ਹਨ ਤੇ ਉਹ ਸੋਨਾ ਵੀ ਹੈ। ਇਹ ਦ੍ਰਿਸ਼ਟਾਂਤ ਵੀ ਪੂਰਾ ਨਹੀਂ ਢੁਕਦਾ, ਕਿਉਂਕਿ ਦ੍ਰਿਸ਼ਟਾਂਤ ਦੇਸ਼ ਕਾਲ ਦਾ ਹੈ ਤੇ ਉਹਨਾਂ ਦੀ ਰੱਬੀਅਤ ਦਾ ਸੰਬੰਧ ਆਦੇਸ਼ ਅਕਾਲੀ ਤੇ ਅਜ਼ਲੀ ਰਿਸ਼ਤਾ ਹੈ। ਪਰ ਇਹ ਦ੍ਰਿਸ਼ਟਾਂਤ ਕੁਛ ਖਿਆਲ ਦੇ ਜਾਂਦਾ ਹੈ। ਇਸੇ ਵਾਸਤੇ ਗੁਰੂ ਨਾਨਕ ਦੇਵ ਗੋਵਿੰਦ ਰੂਪ ਪੰਜਵੇਂ ਸਤਿਗੁਰਾਂ ਨੇ ਲਿਖਿਆ ਹੈ। ਇਸੇ ਲਈ ਜਨਮ ਸਾਖੀ ਨੇ ਗੁਰੂ ਨਾਨਕ ਦੇਵ ਨੂੰ ਵਾਹਿਗੁਰੂ ਜੀ ਦੀ ਜ਼ੁਬਾਨੀ ਗੁਰੂ ਪਰਮੇਸ਼ਰ ਲਿਖਿਆ ਹੈ। ਉੱਥੇ ਵਾਹਿਗੁਰੂ ਆਪ ਨੂੰ ਪਾਰ ਬ੍ਰਹਮ ਪਰਮੇਸ਼ਰ ਆਖਦਾ ਹੈ ਤੇ ਗੁਰੂ ਜੀ ਨੂੰ ਗੁਰੂ ਪਰਮੇਸ਼ਰ ਆਖਦਾ ਹੈ। ਇਸੇ ਭੇਤ ਨੂੰ ਭੱਟਾਂ ਨੇ ਪ੍ਰਤੱਖ ਹਰ ਤੇ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਕਹਿ ਕੇ ਦਰਸਾਇਆ ਹੈ। ਤੇ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਆਖਿਆ ਹੈ, ਨਿਰੰਕਾਰ ਨਾਨਕ ਦਿਓ ਨਿਰੰਕਾਰ ਆਕਾਰ ਬਣਾਇਆ। ਗੁਰੂ ਜੀ ਨੇ ਆਪਣੀ ਪੂਰਨ ਹਉਮੈ ਅਭਾਵਤਾ ਵਿੱਚ ਆਪਣੇ ਆਪ ਨੂੰ ਵਾਹਿਗੁਰੂ ਦਾ ਢਾਡੀ ਜਸ ਕਰਨ ਵਾਲਾ ਲਿਖਿਆ ਹੈ ਤੇ ਆਪਣੀ ਰੱਬੀ ਦਾਤ ਪ੍ਰਾਪਤੀ ਦਾ ਆਪ ਪਤਾ ਦਿੱਤਾ ਹੈ। ਹਉ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦਿਹੈ ਕੈ ਵਾਰ ਧੁਰੋਂ ਫਰਮਾਇਆ। ਢਾਡੀ ਸੱਚੈ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕਪੜਾ ਪਾਇਆ। ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿਨ ਸੁਖ ਪਾਇਆ। ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਲਾਹ ਪੂਰਾ ਪਾਇਆ। ਇੱਥੇ ਗੁਰੂ ਜੀ ਨੇ ਪਹਿਲਾਂ ਆਪਣੀ ਪੂਰਨ ਹਉਮੈ ਅਭਾਵਤਾ ਦਿਖਾਈ ਹੈ, ਜੋ ਹੋਰ ਕਈ ਅਵਤਾਰਾਂ ਪੈਗੰਬਰਾਂ ਨੇ ਆਪਣਾ ਰੂਹਾਨੀ ਰੱਬੀ ਪੈਗਾਮ ਦੱਸਣ ਲੱਗਿਆਂ ਮੈਂ ਵਿੱਚ ਦੱਸਿਆ ਹੈ। ਉਹਨਾਂ ਦੇ ਉਪਾਸ਼ਕ ਉਸ ਨੂੰ ਉਹਨਾਂ ਦੀ ਰੂਹਾਨੀ ਵਸੀਕਾਰਤਾ ਬਿਆਨ ਕਰਦੇ ਹਨ, ਪਰ ਇਸ ਵਿੱਚ ਹਉ ਦਾ ਲੇਸ਼ ਆ ਜਾਂਦਾ ਹੈ। ਸਤਿਗੁਰੂ ਨੇ ਇੱਥੇ ਦਾਉ ਨਹੀਂ ਖਾਦਾ, ਆਪਣੇ ਆਪ ਨੂੰ ਵਾਹਿਗੁਰੂ ਦਾ ਢਾਡੀ ਦੱਸ ਕੇ ਤੇ ਵਿਹਲਾ ਦੱਸ ਕੇ ਹਉ ਅਭਾਵਤਾ ਦੱਸੀ। ਪਰ ਇਹ ਗੱਲ ਉਹਨਾਂ ਦੇ ਨੀਵੇਂ ਹੋਣ ਦੀ ਪਰ ਅਸਮਾਨੀ ਰੂਹਾਨੀ ਰੱਬੀ ਵਸੀਕਾਰਤਾ ਤੋਂ ਸਖਣੇ ਹੋਣ ਦੀ ਦਲੀਲ ਨਹੀਂ ਹੈ। ਉਹਨਾਂ ਵਾਹਿਗੁਰੂ ਦੀ ਮਿਹਰ ਦੀ ਵਡਿਆਈ ਕਰਦਿਆਂ ਆਪਣੀ ਰੂਹਾਨੀ ਵਸੀਕਾਰਤਾ ਤੇ ਔਜ਼ ਨੂੰ ਇਸ ਤਰ੍ਹਾਂ ਦੱਸਿਆ ਹੈ, ਢਾਡੀ ਸੱਚੇ ਮਹਿਲ ਖਸਮ ਬੁਲਾਇਆ। ਉੱਥੋਂ ਸੱਚੀ ਸਿਫਤ ਸਲਾਹ ਅੰਮ੍ਰਿਤ ਨਾਮ ਦਾਤ ਪ੍ਰਾਪਤ ਹੋਣ ਦਾ ਪਤਾ ਦਿੱਤਾ। ਉਸ ਨਾਮ ਦਾਤ ਦਾ ਜਗਤ ਵਿੱਚ ਪਸਾਓ ਪ੍ਰਚਾਰ ਕਰਨਾ ਆਪਣਾ ਰੱਬੀ ਕਮਾਮ ਦੱਸਿਆ ਤੇ ਅੰਤ ਪੂਰੇ ਵਾਹਿਗੁਰੂ ਨੂੰ ਪੂਰੀ ਤਰ੍ਹਾਂ ਪ੍ਰਾਪਤ ਕਰ ਲੈਣ, ਰੱਬੀ ਰੰਗ ਵਿੱਚ ਰੰਗੇ ਰਹਿਣ ਦਾ ਪਤਾ ਦੇ ਦਿੱਤਾ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੇ ਬੀਜੋਂ ਸੂਝੇ ਕੋ ਨਹੀਂ ਬਹਿ ਦੁਲੀਚਾ ਪਾਏ। ਆਦਿਕ ਥਾਈਂ ਉਹਨਾਂ ਦੀ ਰੱਬੀ ਵਸੀਕਾਰਤਾ ਦਾ ਪਤਾ ਉਹਨਾਂ ਦੀ ਆਪਣੀ ਬਾਣੀ ਤੋਂ ਪਿਆ ਲੱਗਦਾ ਹੈ। ਸੋ ਵਾਹਿਗੁਰੂ ਨੂੰ ਗਰਭ ਜੂਨ ਵਿੱਚ ਆ ਕੇ ਨਾਨਕ ਰੂਪ ਵਿੱਚ ਪ੍ਰਗਟ ਹੋਇਆ ਆਖਣਾ ਵੀ ਨਹੀਂ ਬਣਦਾ, ਪਰ ਉਹਨਾਂ ਨੂੰ ਨਿਰਾ ਮਨੁੱਖ ਕਹਿਣਾ ਵੀ ਝੂਠ ਬੋਲਣਾ ਹੈ। ਉਹ ਰੱਬੀ ਨੂਰ ਦੇ ਸੋਮੇ, ਉਹ ਪੂਰਨ ਬ੍ਰਹਮ ਗਿਆਨ ਦੇ ਦਾਤਾ, ਉਹ ਇਲਾਹੀ ਰੰਗ ਦੇ ਰੰਗੇ, ਉਹ ਅਲੂਹੀਅਤ ਰੱਬੀਅਤ ਦੇਵੀ ਸ਼ਕਤੀ ਤੇ ਤਾਣ ਦੇ ਸਰਸ਼ਾਰ ਚਸ਼ਮੇ, ਉਹ ਇਲਾਹੀ ਗੁਣਾਂ ਦੇ ਦਿਪਤ ਸੂਰਜ, ਹਰ ਵੇਲੇ ਵਾਹਿਗੁਰੂ ਦੇ ਰੰਗ ਵਿੱਚ ਲੀਨ, ਅੰਦਰ ਬਾਹਰ ਮੱਛਲੀ ਵਾਂਗ ਵਾਹਿਗੁਰੂ ਨੀਰ ਦੇ ਵਾਸੀ, ਤਿੰਨਾਂ ਕਾਲਾਂ ਵਿੱਚ ਤੇ ਅਕਾਲ ਤਿੰਨਾਂ ਕਾਲਾਂ ਵਿੱਚ ਤੇ ਅਵਸਥਾ ਵਿੱਚ ਕਦੇ ਨਾ ਸਾਈਂ ਤੋਂ ਵਿਛੋੜੇ। ਵਿੱਚ ਅੰਤਰੇ ਦੂਰੀ ਵਿੱਚ ਆਉਣ ਵਾਲੇ ਅੰਤਰ ਆਤਮੇ ਸਦਾ ਮਿਲ ਰਹੇ, ਚਾਨਣਾ ਹੀ ਚਾਨਣਾ। ਗੁਰੂ ਨਾਨਕ ਦੇਵ ਗੋਵਿੰਦ ਰੂਪ ਸਨ, ਹਨ ਤੇ ਹੋਣਗੇ। ਇਸ ਪ੍ਰਕਾਰ ਦੇ ਉਹਨਾਂ ਦੇ ਵਜੂਦ ਬਾਬਤ ਭਾਵ ਬਾਕੀ ਸਤਿਗੁਰਾਂ ਦੀ ਬਾਣੀ, ਭੱਟਾਂ ਦੇ ਸਵਈਆਂ ਤੇ ਭਾਈ ਗੁਰਦਾਸ ਤੇ ਭਾਈ ਗੁਰਦਾਸ ਸਿੰਘ ਦੂਜੇ ਦੀ ਬਾਣੀ ਵਿੱਚ ਸਪਸ਼ਟ ਹਨ। 10ਵੇਂ ਪਾਤਸ਼ਾਹ ਜੀ ਨੇ ਵੀ ਆਪਣੇ ਦਰਗਾਹੇ ਜਾਣ ਪੁੱਤ ਦੀ ਵਡਿਆਈ ਪ੍ਰਾਪਤ ਕਰਨ ਦਾ ਹਾਲ ਇਸੇ ਤਰ੍ਹਾਂ ਦੱਸਿਆ ਹੈ। ਪਰ ਇਹ ਕਹਿੰਦਿਆਂ ਉਹ ਹਉ ਵਿੱਚ ਨਹੀਂ ਜਾਂਦੇ, ਲੇਸ਼ਾ ਵਿਦਿਆ ਵਿੱਚ ਵੀ ਨਹੀਂ ਜਾਂਦੇ। ਨਿਜ ਨੂੰ ਢਾਡੀ ਤੇ ਦਾਸ ਆਖਦੇ ਹਨ, ਨਿਮਰਤਾ ਕਰਦੇ ਹਨ
ਪਰ ਆਪਣੇ ਰੱਬ ਅੱਗੇ, ਪਰ ਨਾਲ ਹੀ ਆਪਣੀ ਰੱਬੀ ਵਸੀਕਾਰਤਾ ਵੱਲੋਂ ਰੱਬ ਦੇ ਰੰਗ ਨਾਲ ਭਰਪੂਰ ਹੋਣੋਂ ਰੱਬੀਅਤ, ਈਸ਼ਵਰਤਵ, ਅਲੋਹੀਅਤ, ਦੈਵੀ ਸ਼ਕਤੀ ਨਾਲ ਸਰਸ਼ਾਰ ਹੋਣੋਂ ਕਦੇ ਇਨਕਾਰ ਨਹੀਂ ਕਰਦੇ ਔਰ ਆਪ ਇਸ ਦੇ ਪਤੇ ਵੀ ਦਿੰਦੇ ਹਨ ਤੇ ਆਪਣੀ ਉੱਚੀ ਰੱਬੀ ਵਸੀਕਾਰਤਾ ਸਾਫ਼ ਦੱਸਦੇ ਹਨ। ਇਹ ਹਉਮੈ ਦਾ ਅਭਾਵ ਪੂਰਨ ਹੈ ਤੇ ਇਹ ਸੱਚ ਦਾ ਪ੍ਰਕਾਸ਼ ਪੂਰਨ ਹੈ। ਹਉਮੈ ਦਾ ਅਭਾਵ ਕਰਦੇ ਐਸੀ ਨਿਮਰਤਾ ਨਹੀਂ ਕਰਦੇ ਕਿ ਸੱਚ ਲੋਪ ਹੋ ਜਾਏ ਤੇ ਉਹਨਾਂ ਦੇ ਅਸਲ ਸਰੂਪ ਬਾਬਤ ਗਲਤ ਬਿਆਨ ਪੈਦਾ ਹੋ ਜਾਏ। ਨਾ ਸੱਚ ਬਿਆਨ ਕਰਦੇ ਐਸੇ ਤਰੀਕੇ ਵਿੱਚ ਜਾਂਦੇ ਹਨ ਕਿ ਜਿਸ ਨਾਲ ਹਉਮੈ ਲੱਸਾਂ ਮਾਰਨ ਲੱਗ ਜਾਏ। ਕੇਵਲ ਉਚਾਰਨ ਵਿੱਚ ਨਹੀਂ, ਕਈ ਇੱਕ ਸਾਖੀਆਂ ਵਿੱਚ ਉਹਨਾਂ ਦੀਆਂ ਕਰਨੀਆਂ ਤੋਂ ਉਹਨਾਂ ਦੀ ਰੱਬੀ ਵਸੀਕਾਰਤਾ ਦਾ ਪਤਾ ਵੀ ਮਿਲ ਜਾਂਦਾ ਹੈ। ਕਸ਼ਮੀਰ ਵਿੱਚ ਬ੍ਰਹਮਦਾਸ ਪੰਡਤ ਜਦ ਗੁਰੂ ਨੂੰ ਮਿਲ ਕੇ ਸਮਝ ਬੁੱਝ ਕੇ ਫਿਰ ਡੋਲਦਾ ਹੈ ਤਾਂ ਗੁਰੂ ਜੀ ਉਸ ਨੂੰ ਆਖਦੇ ਹਨ, ਜਾ ਗੁਰੂ ਕਰ। ਉਸ ਪੁੱਛਿਆ, ਕਿੱਥੋਂ ਲੱਭਾਂ? ਤਾਂ ਆਪ ਨੇ ਪਤਾ ਦਿੱਤਾ, ਉੱਥੇ ਇੱਕ ਮੰਦਰ ਵਿੱਚ ਇੱਕ ਸੂਹੇ ਬਸਤਰਾਂ ਵਾਲੀ ਸੂਰਤ ਨੇ ਉਸ ਨੂੰ ਮਾਰਿਆ। ਬ੍ਰਹਮਦਾਸ ਨੇ ਪੁੱਛਿਆ, ਮੈਂ ਤਾਂ ਗੁਰੂ ਲੱਭਦਾ ਆਇਆ ਹਾਂ। ਜਵਾਬ ਮਿਲਿਆ, ਇਹ ਹੁਣ ਤੱਕ ਤੇਰਾ ਗੁਰੂ ਰਿਹਾ ਹੈ, ਇਹ ਮਾਇਆ ਹੈ। ਉਸ ਪੁੱਛਿਆ, ਮੈਂ ਤਾਂ ਸੱਚਾ ਗੁਰੂ ਕਰਨਾ ਹੈ। ਜਵਾਬ ਮਿਲਿਆ, ਗੁਰੂ ਸੱਚਾ ਤਾਂ ਉਹ ਸੀ ਜਿਸ ਪਾਸੋਂ ਤੂੰ ਆਇਆ ਹੈ। ਤਦ ਬ੍ਰਹਮਦਾਸ ਗੁਰੂ ਜੀ ਦੀ ਪੈਰੀਂ ਆ ਪਿਆ ਤਾਂ ਗੁਰੂ ਜੀ ਦੇ ਨਾਮਦਾਨ ਦੇਣ ਨਾਲ ਪਰਮੇਸ਼ਰ ਦੇ ਪਿਆਰ ਵਿੱਚ ਰੰਗਿਆ ਗਿਆ, ਕਿਤਾਬਾਂ ਦੇ ਭਾਰ ਸੱਟ ਪਾਏ ਤੇ ਸੁਖੀ ਹੋਇਆ। ਇਸ ਤੋਂ ਸਪਸ਼ਟ ਹੈ ਕਿ ਗੁਰੂ ਜੀ ਦੀ ਰੱਬੀ ਵਸੀਕਾਰਤਾ, ਇਸ ਰੱਬੀ ਵਸੀਕਾਰਤਾ ਦੇ ਦਰਜੇ ਦਾ ਨਾਮ ਜੋ ਮਨੁੱਖ ਤੋਂ ਬਹੁ ਉੱਚਾ ਹੈ, ਦੇਵੀ ਦੇਵਤੇ, ਪੈਗੰਬਰ, ਅਵਤਾਰ, ਸਾਰੇ ਮਨੁੱਖੀ ਦਰਜਿਆਂ ਤੋਂ ਵੀ ਉੱਚਾ ਹੈ, ਗੁਰੂ ਹੈ। ਗੁਰਬਾਣੀ ਵਿੱਚ ਇਸ ਨੂੰ ਗੁਰੂ ਤੇ ਸਤਿਗੁਰੂ ਕਰਕੇ ਦੱਸਿਆ ਹੈ। ਗੁਰੂ ਪਦ ਦਾ ਅਰਥ ਨਿਰਾ ਉਸਤਾਦ ਜਾਂ ਮੁਰਸ਼ਿਦ ਹੋ ਚੁੱਕਾ ਸੀ। ਇਸ ਕਰਕੇ ਜਨਮ ਸਾਖੀ ਵਿੱਚ ਰੱਬ ਜੀ ਗੁਰੂ ਨਾਨਕ ਨੂੰ ਗੁਰੂ ਪਰਮੇਸ਼ਰ ਦਾ ਨਾਮ ਦਿੰਦੇ ਹਨ, ਅਰਥਾਤ ਉਹ ਗੁਰੂ ਹਨ। ਪਰ ਜਿਨ੍ਹਾਂ ਵਿੱਚ ਪਰਮੇਸ਼ਰ ਇਸ ਤਰ੍ਹਾਂ ਨਿਵਾਸ ਕਰਦਾ ਹੈ ਕਿ ਉਹ ਪਰਮੇਸ਼ਰ ਤੋਂ ਭਿੰਨਤਾ, ਅੰਤਰੇ, ਵਿਥ, ਵਿਛੋੜੇ ਵਿੱਚ ਤ੍ਰੈਕਾਲ ਨਹੀਂ ਆ ਸਕਦੇ। ਪਰਮੇਸ਼ਰ ਉਹਨਾਂ ਤੋਂ ਕਦੇ ਜੁਦਾ ਨਹੀਂ ਹੋ ਸਕਦਾ। ਉਹ ਪਰਮੇਸ਼ਰ ਗੁਰੂ ਜਾਂ ਗੁਰੂ ਪਰਮੇਸ਼ਰ ਹਨ। ਇਹੋ ਇਲਾਹੀ ਭੇਦ ਪੰਜਵੇਂ ਸਤਿਗੁਰਾਂ ਨੇ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਵਾਲੇ ਸ਼ਬਦ ਵਿੱਚ ਨਿਰੂਪਣ ਕੀਤਾ ਹੈ। ਭਾਈ ਗੁਰਦਾਸ ਦੂਜੇ ਨੇ ਕਿਹਾ ਹੈ, ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ, ਤੇ ਭੱਟਾਂ ਦੱਸਿਆ ਹੈ, ਭਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਇਹ ਸਾਰੇ ਲਫ਼ਜ਼ ਗੋਬਿੰਦ ਰੂਪ, ਭਗਵੰਤ ਰੂਪ, ਪ੍ਰਤੱਖ ਹਰ ਉਸੇ ਤਾਤ ਪਰਜਦੇ ਹਨ ਜੋ ਜਨਮ ਸਾਖੀ ਦਾ ਪਦ ਹੈ, ਗੁਰ ਪਰਮੇਸ਼ਰ। ਇਹ ਉਹ ਦਰਜਾ ਹੈ ਜੋ ਵਾਹਿਗੁਰੂ ਜੋਨੀ ਵਿੱਚ ਆਏ ਦਾ ਲਖਾਇਕ ਨਹੀਂ ਹੈ। ਸੋ ਪਾਰ ਬ੍ਰਹਮ ਪਰਮੇਸ਼ਰ ਦੇ ਨਿਜ ਪਿਆਰੇ ਦਾ ਹੈ, ਜੋ ਉਸ ਨਾਲ ਨਿਰੰਤਰ ਅਭੇਦ ਮੇਲ ਵਿੱਚ ਹੈ, ਪਰ ਜੋ ਮਨੁੱਖਾਂ, ਫਿਲਸਫਾਦਾਨਾਂ, ਪੀਰਾਂ, ਪੈਗੰਬਰਾਂ, ਅਵਤਾਰਾਂ ਤੋਂ ਉੱਚਾ ਹੈ। ਇਸ ਵਿੱਚ ਰੱਬੀ ਸ਼ੀਸ਼ੇ ਦੀ ਸਦਰਸ਼ਤਾ ਹੈ ਜੋ ਸਾਈਂ ਰੂਪ ਨੂੰ ਸਾਂਗੋਪਾਂਗ ਪ੍ਰਤੱਖ ਕਰ ਦਰਸਾਉਂਦੀ ਹੈ ਤੇ ਜਿਸ ਵਿੱਚ ਗੁਪਤ ਪ੍ਰਗਟ ਸੰਸਾਰ ਦੀਆਂ ਸਾਰੀਆਂ ਜੀਵਤ ਸ਼ਕਤੀਆਂ, ਜੀਵਨ ਸ਼ਕਤੀਆਂ ਤੇ ਦਾਮਨਿਕ ਸ਼ਕਤੀਆਂ ਤੇ ਵਸੀਕਾਰਤਾ ਹੁੰਦੀ ਹੈ, ਜੋ ਕੇਵਲ ਉਪਦੇਸ਼ ਦਾਤਾ ਨਹੀਂ ਹੁੰਦਾ ਪਰ ਇਸ ਤੋਂ ਵੱਧ ਜੀ ਦਾਨ ਦਾ ਦਾਤਾ ਹੁੰਦਾ ਹੈ। ਜੀ ਦਾਨ ਦੇ ਭਗਤੀ ਲਾਇਨ, ਹਰਸਿਉ ਲੈਣ ਮਿਲਾਏ। ਇਹ ਗੁਰੂ ਦੀ ਸ਼ਕਤੀ ਹੈ, ਆਪਣੇ ਆਪ ਵਿੱਚੋਂ, ਆਪ ਦੇ ਖਜ਼ਾਨੇ ਵਿੱਚੋਂ ਜੀ ਦਾਨ ਦੇ ਕੇ ਦਾਤਾ ਮੁਰਦੇ ਜੀਵਾਲਦਾ ਹੈ ਤੇ ਜਗਤ ਵਿੱਚ ਕਰਮਬੱਧ ਹੋ ਕੇ ਕੈਦੀਆਂ ਦੇ ਕੈਦਖਾਨੇ ਜਾਣ ਵਾਂਗੂ ਨਹੀਂ ਆਉਂਦਾ, ਸਗੋਂ ਪਰਮ ਸੁਤੰਤਰ ਪਰਉਪਕਾਰ ਦੀ ਖਾਤਰ ਜਗਤ ਦੇ ਉਧਾਰ ਵਾਸਤੇ ਜਗਤ ਵਿੱਚ ਆਉਂਦਾ ਹੈ। ਜਿਸ ਤਰ੍ਹਾਂ ਉਪਦੇਸ਼ਕ ਤੇ ਡਾਕਟਰ ਜੇਲ੍ਹ ਵਿੱਚ ਪਰਉਪਕਾਰ ਕਰਨ ਜਾਂਦੇ ਹਨ, ਉਹ ਕਰਮਬੱਧ ਅੰਦਰ ਨਹੀਂ ਜਾਂਦੇ। ਇਸੇ ਕਰਕੇ ਗੁਰੂ ਨੂੰ ਜਨਮ ਮਰਨ ਰਹਿਤ ਆਖੀਦਾ ਹੈ। ਹਾਂ ਜੀ।